व्यूअर्स ब्रेक तो बाद तुहाडा सारिਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਇਸ ਸਾਰੇ ਪਾਰਟ ਦੇ ਵਿੱਚ ਹੁਣ ਦੂਜੇ ਸੈਗਮੈਂਟ ਦੇ ਵਿੱਚ ਜਿੱਥੇ ਸਾਰਾ ਮਾਹੌਲ ਬਣਿਆ ਹੋਇਆ ਹੁਣ ਇਹਦੇ ਤੇ ਘੱਟ ਗਿਣਤੀਆਂ ਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤਸ਼ੱਦਦ ਦੀ ਲਾਈਨ ਹੈ ਜਾਂ ਟਾਰਗੇਟਡ ਲਾਈਨ ਹੈ ਖਾਸ ਤੌਰ ਤੇ ਮੁਸਲਮਾਨਾਂ ਦੇ ਖਿਲਾਫ ਉਹਦੀ ਕੀ ਲਾਈਨ ਨਜ਼ਰ ਆਉਂਦੀ ਹੈ। ਇਹ ਇੱਕ ਵੱਡਾ ਸਵਾਲ ਹੈ ਇਸ ਵਕਤ ਜਿਹਦੇ ਤੇ ਡਿਬੇਟ ਵੀ ਚੱਲ ਰਹੀ ਹੈ ਜਿੱਥੇ ਇੱਕ ਪਾਸੇ ਮੁਸਲਮਾਨ ਕੌਮ ਜਿਹੜੀ ਭਾਰਤ ਦੇ ਵਿੱਚ ਵਸਦੀ ਹੈ ਉਹ ਕੰਪਲੀਟਲੀ ਚੁੱਪ ਨੇ, ਕੋਈ ਵੀ ਉਹਨਾਂ ਦਾ ਰਿਐਕਸ਼ਨ ਨਹੀਂ ਦੇਖਣ ਨੂੰ ਮਿਲ ਰਿਹਾ। ਜਿਹੜੇ ਉਹਨਾਂ ਦੇ ਰੈਂਟਾ ਮੁਸਲਮਾਨ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੁੰਦੇ ਉਹ ਜ਼ਰੂਰ ਛਾਲਾਂ ਮਾਰਦੇ ਆ ਇੱਧਰਲੇ ਪਾਸੇ ਦੀਆਂ, ਪਰ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਤੇ ਉਹਨਾਂ ਦੇ ਚਿਹਰਿਆਂ ਦੇ ਉੱਤੋਂ ਰੰਗ ਉੜਿਆ ਹੋਇਆ। ਸੋ ਵੀਡੀਓਜ਼ ਵੀ ਇੱਦਾਂ ਦੀਆਂ ਸਾਹਮਣੇ ਆਉਂਦੀਆਂ ਨੇ ਮੀਡੀਆ ਦੇ ਵਿੱਚ, ਅਦਰਵਾਈਜ਼ ਵੀ ਉਹਨਾਂ ਨੂੰ ਖੜਾ ਕੇ ਪੁੱਛਣ ਦੀ ਲਾਈਨ ਹੁੰਦੀ ਹੈ ਵੀ ਬੋਲੋ ਜੈ ਸ਼੍ਰੀ ਰਾਮ, ਕਹਿ ਭਾਰਤ ਮਾਤਾ ਦੀ ਜੈ, ਗਾਲਾਂ ਵੀ ਕੱਢਦੇ ਆ, ਕਹਾਉਂਦੇ ਆ ਤੇ ਮਤਲਬ ਜ਼ਲੀਲ ਕਰਨ ਵਾਲੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਸੋ ਇਹ ਗੱਲ ਜਾਊਗੀ ਕਿੱਥੇ? ਦੇਖੋ ਇਸ ਦਾ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਵੇਂ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕਿ ਹਿੰਦੂ ਰਾਸ਼ਟਰ ਦੀ ਨੀਂਹ ਜਿਹੜੀ ਹੈ ਉਸ ਦੇ ਉੱਤੇ ਇਹਨਾਂ ਨੇ ਮਹਿਲ ਬਣਾ ਦਿੱਤਾ ਹੈ। ਇਹ ਰਾਮ ਦਾ ਮੰਦਿਰ ਨਹੀਂ ਬਣਾਇਆ, ਹਿੰਦੂਤਵਾ ਦਾ ਮੰਦਿਰ ਬਣਾਇਆ। ਔਰ ਜਿਵੇਂ ਉਹਨਾਂ ਨੇ ਬਿਹੇਵ ਕੀਤਾ ਕੁੱਲ ਮਿਲਾ ਕੇ ਜਿਹੜੇ ਨੈਸ਼ਨਲ ਲੈਵਲ ਦੇ ਉੱਤੇ ਇਲੈਕਟਿਡ ਆਫੀਸ਼ੀਅਲ ਨੇ ਆਪਣੀਆਂ ਕਨਸਟੀਟਿਊਸ਼ਨਲ ਡਿਊਟੀਜ਼ ਨੂੰ ਵਾਇਓਲੇਟ ਕਰਦੇ ਆ ਉਹਨਾਂ ਨੇ ਜਿਸ ਕਿਸਮ ਦਾ ਸਾਰਾ ਇਹ ਵਰਤਾਰਾ ਕੀਤਾ ਹੈ, ਇਸ ਦੇ ਉੱਤੇ ਈਵਨ ਸ਼ਸ਼ੀ ਥਰੂਰ ਜਿਹੜਾ ਆਪਣੇ ਆਪ 'ਚ ਵੀ ਇੱਕ ਇੰਡੀਅਨ ਨੈਸ਼ਨਲਿਸਟ ਹੈ, ਇੱਥੇ ਅੰਡਰ ਸੈਕਟਰੀ ਲੈਵਲ ਤੱਕ ਇਹ ਪਹੁੰਚਿਆ ਵੀ, ਸੈਕਟਰੀ ਜਨਰਲ ਲਈ ਵੀ ਉਮੀਦਵਾਰ ਸੀ ਜੀ। ਉਹਨੇ ਇੱਕ ਬਿਆਨ 'ਚ ਕਿਹਾ ਓਮਿਸ਼ਨ ਆਫ 8 ਕਰੋੜ ਪੀਪਲ ਇਨ ਅਯੁੱਧਿਆ ਸਪੀਚ ਵਰਿੰਗ ਆਫਟਰ CAA ਐਂਡ NRC ਕਿ ਵੀ ਤੁਸੀਂ ਜਿਹੜਾ 8 ਕਰੋੜ ਲੋਕਾਂ ਦਾ ਜਿਹੜਾ ਉਹਨਾਂ ਨੂੰ ਅਯੁੱਧਿਆ ਸਪੀਚ ਚੋਂ ਕੱਢਦੇ ਹੋ। ਉਹਨੇ ਕਿਹਾ ਕਿ ਵੀ ਮੋਦੀ ਨੇ 130 ਕਰੋੜ ਇੰਡੀਅਨਸ ਨੂੰ ਰਾਮ ਟੈਂਪਲ ਦੀ ਵਧਾਈ ਭੂਮੀ ਪੂਜਨ ਵੇਲੇ ਦਿੱਤੀ, ਬਟ ਇੰਡੀਆਜ਼ ਪਾਪੂਲੇਸ਼ਨ ਇਜ਼ ਓਵਰ 138 ਕਰੋੜ and a mission of 8 crore people was worrying to many after the citizen। ਉਹਨਾਂ ਨੇ ਕਿਹਾ ਜੀ 130 ਕਰੋੜ ਦਾ ਮਤਲਬ ਇਹ ਹੈ ਕਿ ਆਬਾਦੀ 138 ਕਰੋੜ ਹੈ, ਲੇਕਿਨ ਉਹਨਾਂ ਨੇ 8 ਕਰੋੜ ਜਿਹੜੇ ਨੇ ਉਹ ਮਾਈਨਸ ਕਰ ਦਿੱਤਾ ਕਿ ਉਹਨਾਂ ਨੂੰ ਅਸੀਂ ਨਹੀਂ ਮੰਨਦੇ। ਉਹਨਾਂ ਨੇ ਕਿਹਾ ਕਿ if the omission was inadvertent a correction would be reassuring ਕਿ ਵੀ ਉਹਨੇ ਜਦੋਂ ਰਾਮ ਮੰਦਿਰ ਦੇ ਉੱਤੇ ਮੋਦੀ ਬੋਲਿਆ ਉਹਨੇ ਇਹਨਾਂ ਨੂੰ ਜਿਹੜਾ ਇਗਨੋਰ ਕੀਤਾ ਜੇ ਤਾਂ ਜਾਣ ਬੁੱਝ ਕੇ, ਕਿਉਂਕਿ ਜੋ ਉਹਨਾਂ ਨੇ CAA NRC ਦੇ ਥੱਲੇ ਕੀਤਾ ਉਹਨੂੰ ਦੇਖ ਕੇ ਦੇਖੀਏ ਤਾਂ ਫਿਰ ਇਹ ਮੁਸਲਮਾਨਾਂ ਤੇ ਟਾਰਗੇਟਡ ਹੈ। ਪਰ ਜੇ ਇਹਨੇ ਸ਼ਸ਼ੀ ਥਰੂਰ ਨੇ ਇਹਨੂੰ ਇੱਕ ਸ਼ੱਕ ਦੀ ਨਿਗਾਹ ਦੇ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਹੈ, ਰਾਈਟਲੀ ਸੋ, ਤੇ ਇਹਨੇ ਆਦਿੱਤਿਆਨਾਥ ਯੋਗੀ ਨੇ ਜਿਹੜਾ UP ਦਾ ਚੀਫ ਮਿਨਿਸਟਰ ਹੈ ਉਹਨੇ ਕਿਹਾ ਕਿ ਜੀ ਮੈਂ ਬਿਲਕੁਲ ਨਹੀਂ ਜਾਵਾਂਗਾ ਜੇ ਅਯੁੱਧਿਆ ਦੇ ਵਿੱਚ ਬਾਬਰੀ ਮਸਜਿਦ ਦੀ ਇਨੋਗ੍ਰੇਸ਼ਨ ਵੇਲੇ ਮੈਨੂੰ ਸੱਦਿਆ ਵੀ ਜਾਂਦਾ ਹੈ। ਔਰ ਇਸ ਦੇ ਉੱਤੇ ਵੀ ਉਹਨਾਂ ਦੀ ਸਮਾਜਵਾਦੀ ਪਾਰਟੀ ਔਰ ਦੂਸਰਿਆਂ ਨੇ ਉਹਨੂੰ ਮਾਫੀ ਮੰਗਣ ਲਈ ਕਿਹਾ ਕਿ ਤੂੰ ਇਲੈਕਟਿਡ ਆਫੀਸ਼ੀਅਲ ਹੈ, ਤੂੰ ਕਿਵੇਂ ਧਰਮਾਂ ਦੇ ਨਾਂ ਦੇ ਉੱਤੇ ਜਿਹੜਾ ਉਹ ਡਿਸਕ੍ਰਿਮੀਨੇਸ਼ਨ ਕਰ ਸਕਦਾ। ਪਰ ਕੁੱਲ ਮਿਲਾ ਕੇ ਤੁਸੀਂ ਦੇਖਦੇ ਹੋ ਗੱਲ ਇੱਕ ਲੈਵਲ ਤੇ ਪੁਸ਼ ਨਹੀਂ ਕੀਤੀ ਜਾ ਰਹੀ। ਦੂਸਰੇ ਪਾਸੇ ਸੁਪਰੀਮ ਕੋਰਟ 'ਚ ਹੁਣ ਇੱਕ ਇਹਨਾਂ ਦੀ ਆਰਗੇਨਾਈਜੇਸ਼ਨ ਹੈ ਇਸਲਾਮਿਕ ਮਰਕਜ਼ ਨਿਜ਼ਾਮੁਦੀਨ ਦੇ ਵਿੱਚ, ਜਿਵੇਂ ਇਹਨਾਂ ਨੇ ਕਰੋਨਾ ਵਾਇਰਸ ਦੇ ਨਾਂ ਥੱਲੇ ਤਬਲੀਗੀ ਜਮਾਤ ਔਰ ਉਹਨਾਂ ਨੂੰ ਬਦਨਾਮ ਕੀਤਾ। ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਆ ਉਹ ਪਾਇਆ ਹੋਇਆ ਪਟੀਸ਼ਨ ਪਾਈ ਕਿ ਭਾਈ ਸਾਨੂੰ ਇਹ ਘੱਟੋ ਘੱਟ ਮੀਡੀਆ ਨੂੰ ਹਦਾਇਤ ਕਰੋ ਕਿ ਵੀ ਇਸ ਅੰਦਾਜ਼ ਦੇ ਵਿੱਚ ਨਾ ਬਦਨਾਮ ਕਰਨ ਸਾਡੀ ਸਾਰੀ ਕੌਮ ਨੂੰ। ਔਰ ਦੂਸਰਾ ਔਰ ਉਹਦੇ ਤੇ ਜਿਹੜੀ ਹੈ ਸੈਂਟਰ ਗਵਰਨਮੈਂਟ ਮੋਦੀ ਗਵਰਨਮੈਂਟ ਦਾ ਜਿਹੜਾ ਅਟਾਰਨੀ ਜਨਰਲ ਉਹ ਕਹਿੰਦਾ ਹੈ ਮਰਕਜ਼ ਇਸ਼ੂ ਅਟੈਂਪਟ ਫਾਰ ਗੈਗ ਆਰਡਰ ਔਨ ਮੀਡੀਆ will destroy freedom of citizens to know government tells Supreme Court। ਉਹਨਾਂ ਨੇ ਕਿਹਾ ਜੀ ਜੇ ਅਸੀਂ ਇਸ ਕਿਸਮ ਦਾ ਨਾ ਆਰਡਰ ਪਾਸ ਕਰੇ ਤਾਂ ਗੈਗ ਆਰਡਰ ਹੋਏਗਾ, ਜਿਹਦਾ ਮਤਲਬ ਹੋਏਗਾ ਕਿ ਜਿਹੜੀ ਸਿਟੀਜ਼ਨਸ ਦੀ ਫਰੀडम ਹੈ ਉਸ ਨੂੰ ਖਤਮ ਕਰਨਾ, ਫਰੀडम ਸਿਟੀਜ਼ਨਸ ਦੀ ਨੂੰ ਖਤਮ ਕਰਨਾ। ਔਰ ਹੁਣ ਤੁਸੀਂ ਇੱਕ ਪਾਸੇ ਦੇਖੋ ਵੀ ਕਿਵੇਂ UAPA ਇੰਡਿਸਕ੍ਰਿਮੀਨੇਟਲੀ ਅਪਲਾਈ ਕੀਤਾ ਜਾ ਰਿਹਾ ਜੀ, ਕਿਵੇਂ ਘਰਾਂ ਚੋਂ ਚੁੱਕੇ ਜਾ ਰਹੇ ਨੇ। ਸਾਡੇ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਨੇ ਅੱਜ ਵੀ ਇੱਕ ਈਮੇਲ ਲਿਖੀ, ਉਹਨਾਂ ਨੇ ਕਿਹਾ ਕਿ ਜੀ ਇੰਨਾ ਡਰ ਔਰ ਖੌਫ ਪੈਦਾ ਹੋ ਗਿਆ ਕਿ ਈਵਨ ਆਪਣੇ ਸੋਸ਼ਲ ਅਕਾਊਂਟ ਔਰ ਦੂਜੇ ਬੰਦ ਕਰਕੇ ਲੋਕ ਜਾ ਰਹੇ ਨੇ ਕਿ ਕੋਈ ਉਹਦੇ ਤੇ ਹੁਣ ਕਮੈਂਟ ਵੀ ਨਹੀਂ ਕਰਦਾ ਹੈ। ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਕੀ ਬਹਾਨਾ ਬਣਾ ਕੇ ਇਹਨਾਂ ਨੇ ਸਾਡੇ ਛਾਪਾ ਮਾਰ ਕੇ ਚੁੱਕ ਲੈਣਾ ਔਰ ਇੰਨੀ ਹਰਾਸਮੈਂਟ ਚੱਲ ਰਹੀ ਹੈ। ਪਰ ਜਿਹੜੀ ਹੁਣ ਔਰ ਉਹਦੇ 'ਚ ਇੰਡੀਅਨ ਗਵਰਨਮੈਂਟ ਦਾ ਜਿਹੜਾ ਉੱਥੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦਾ ਅਟਾਰਨੀ ਜਨਰਲ ਕਹਿੰਦਾ
ਕਿ ਜੀ ਅਸੀਂ ਤਾਂ ਜੇ ਕੋਈ ਫੇਕ ਨਿਊਜ਼ ਹੈ ਉਹ ਸਾਨੂੰ ਦੱਸੋ, ਅਸੀਂ ਉਹਦਾ ਜੀ। ਪ੍ਰੋਵੀਜ਼ਨ ਹੈ ਔਰ ਉਸ ਕਰਨ ਨੂੰ। ਲੇਕਿਨ ਨਾਲ ਦੀ ਨਾਲ ਇੱਕ ਲੈਵਲ ਤੇ ਨਹੀਂ, ਜਦੋਂ ਅੱਜ ਮੋਦੀ ਕਹਿ ਰਿਹਾ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਵਿਲ ਮੇਕ ਸਟੂਡੈਂਟਸ ਫਿਊਚਰ ਰੈਡੀ, ਟੇਕ ਇੰਡੀਆ ਟੂ ਗ੍ਰੇਟਰ ਹਾਈਟਸ, ਔਰ ਉਹਨੇ ਕਿਹਾ ਕਿ ਜੀ ਇਹ ਜਿਹੜੀ ਹੁਣ ਅਸੀਂ ਐਜੂਕੇਸ਼ਨ ਪਾਲਿਸੀ ਅਸੀਂ ਡਿਸਕਸ ਕੀਤਾ ਸੀ ਇਹਦੇ ਤੇ ਇੱਕ ਸੈਗਮੈਂਟ 'ਚ, ਕਿ ਕਿਵੇਂ ਉਹਨਾਂ ਨੇ ਬਿਲਕੁਲ ਭਗਵਾ ਕਰਨ ਐਜੂਕੇਸ਼ਨ ਦਾ, ਔਰ ਜੀ। ਜਿਸ ਕਿਸਮ ਦੇ ਕੋਵਿਡ-19 ਪੈਂਡੇਮਿਕ ਦੇ ਵਿੱਚ ਇਹ ਆਰਡੀਨੈਂਸ ਕੱਢ ਰਹੇ ਨੇ, ਜਿਸ ਕਿਸਮ ਦਾ ਇਹ ਸਾਰਾ ਮਾਹੌਲ ਬਣਾ ਰਹੇ ਨੇ, ਇਹਦੇ ਥੱਲੇ ਉਹਨਾਂ ਨੇ ਬਿਲਕੁਲ ਹਿੰਦੂਕਰਨ ਗ੍ਰਾਸ ਰੂਟ ਲੈਵਲ ਤੋਂ ਹੀ ਸ਼ੁਰੂ ਕੀਤਾ ਹੋਇਆ। ਔਰ ਜਿਹੜੀ ਖਬਰ ਅੱਜ ਪ੍ਰੋਮੀਨੈਂਟਲੀ ਇਹਨਾਂ ਦੇ ਆਪਣੇ ਮੀਡੀਆ ਨੇ ਵੀ ਛਾਪੀ ਹੈ, ਹੁਣ ਦੇਖੋ ਜਿਹੜਾ ਡਰ ਹੁੰਦਾ ਹੈ ਖੌਫ ਦੇ ਲਈ, ਈਵਨ ਮੈਂ ਦੇਖ ਰਿਹਾ ਸੀ ਕਿ ਵੀ ਉੱਥੇ ਪਾਕਿਸਤਾਨ 'ਚ ਪੰਜਾਬੀ ਲਹਿਰ ਦੇ ਜਿਹੜੇ ਸ਼ਾਇਦ ਉਹਨਾਂ ਦੀ ਨਾਸਰ ਢਿੱਲੋਂ ਹੈ ਉਹਨਾਂ ਦਾ ਨਾਮ ਜੀ, ਉਹ ਆਪਣੇ ਪਿੰਡ ਬਾਰੇ ਜਾਣਕਾਰੀ ਦੇ ਰਹੇ ਨੇ ਔਰ ਆਪਣੇ ਘਰ ਵੀ ਲੈ ਕੇ ਗਏ ਕਿ ਭਾਈ ਪੰਜਾਬੀ ਲਹਿਰ ਦਾ ਟੱਬਰ, ਔਰ ਜਦੋਂ ਆਪਣੀ ਹਵੇਲੀ ਜਾਂ ਦੂਜੇ 'ਚ ਦੇਖਦੇ ਨੇ ਤਾਂ ਇੱਕ ਪਾਸੇ ਜਿਹਦੇ 'ਚ ਡੰਗਰ ਬੰਨੇ ਹੋਏ ਨੇ, ਮੱਝਾਂ ਨੇ, ਦੂਸਰੇ ਤੇ ਉਹਦੇ ਉੱਤੇ ਨਜ਼ਰ ਮਾਰਦੇ ਕਾਂ ਮਾਰ ਕੇ ਟੰਗਿਆ ਹੋਇਆ, ਤੇ ਉਹਨੂੰ ਆਪਣਾ ਭਰਾ ਹੀ ਹੈ ਛੋਟਾ, ਉਹਨੂੰ ਕਹਿੰਦੇ ਜੀ ਇਹ ਕਾਂ ਬਹੁਤ ਤੰਗ ਕਰਦੇ ਨੇ ਇਹਨਾਂ ਨੂੰ, ਮੱਝਾਂ ਨੂੰ ਆ ਕੇ ਦੂਜੇ ਠੁੰਗੇ ਮਾਰਦੇ ਨੇ ਤੇ ਇਹ ਟੰਗਿਆ ਫਿਰ ਨਹੀਂ ਆਉਂਦੇ। ਕਹਿੰਦੇ ਹੁਣ ਹਾਲਾਂ ਅਸੀਂ ਖੇਤਾਂ ਬਾਰੇ ਤਾਂ ਦੇਖਦੇ ਹਾਂ ਕਿ ਭਾਈ ਖੇਤ ਬਾਰੇ ਕਿਹਾ ਜਾਂਦਾ ਹੈ ਕਿ ਵੀ ਤੁਸੀਂ ਹਾਂ ਕਿ ਵੀ ਉਹ ਕਾਂ ਮਾਰ ਕੇ, ਔਰ ਐਕਸਪ੍ਰੈਸ਼ਨ ਵੀ ਯੂਜ਼ ਕੀਤਾ ਜਾਂਦਾ ਹੈ। ਹੁਣ ਵੀ ਇਹ ਕਿਉਂਕਿ ਇਹ ਇੱਕ ਪੁਰਾਣੀ ਟੈਕਨੀਕ ਕਿਸਾਨੀ ਦੀ ਬਚਣ ਦੇ ਲਈ, ਬਰਬਾਦੀ ਫਸਲ ਦੀ ਨਾ ਕਰਨ ਕਾਂ, ਔਰ ਹੁਣ ਪੰਜਾਬੀ 'ਚ ਵੀ ਇਹ ਐਕਸਪ੍ਰੈਸ਼ਨ ਹੈ ਕਿ ਵੀ ਜੇ ਤੁਸੀਂ ਸਾਰਿਆਂ ਨੂੰ ਸਬਕ ਸਿਖਾਣੇ ਤਾਂ ਕਿਹਾ ਜਾਂਦਾ ਕਿ ਵੀ ਫਿਰ ਇਹ ਕਾਂ ਮਾਰ ਕੇ ਟੰਗ ਦਿਓ, ਮਤਲਬ ਵੀ ਇੱਕ ਅੱਧਾ ਕਰ ਲਓ ਉਹਨੂੰ, ਜਿਹੜਾ ਉਹ ਸਬਕ ਹੋਏਗਾ ਕਿ ਵੀ ਬਾਕੀਆਂ ਦੇ ਲਈ ਵੀ। ਸੋ ਮੈਂ ਸਮਝਦਾ ਵੀ ਇਹ ਜੋ ਕੁਝ ਵਰਤਾਰਾ ਇਹਨਾਂ ਨੇ ਜੇ ਸਿੱਖਾਂ ਦੇ ਨਾਲ ਵੀ ਨਵੰਬਰ 84 'ਚ ਕੀਤਾ ਨਸਲਕੁਸ਼ੀ ਦੇ ਥੱਲੇ, ਤਾਂ ਮਤਲਬ ਸਬਕ ਸਿਖਾਉਣਾ ਸੀ। ਜਦੋਂ ਕਹਿੰਦੇ ਸੀ ਵੀ ਯਾਦ ਕਰੇਗਾ ਖਾਲਸਾ, ਮਤਲਬ ਇਹ ਹੈ ਕਿ ਵੀ ਇੱਕ ਖੌਫ ਜਾਂ ਇੱਕ ਡਰ ਪੈਦਾ ਹੋਏਗਾ, ਤੁਸੀਂ ਚੈਲੰਜ ਨਹੀਂ ਕਰੋਗੇ। ਸੋ ਇਹੀ ਪਾਰਟ ਉਹਨਾਂ ਨੇ ਮੁਸਲਮਾਨਾਂ ਦੇ ਨਾਲ ਸ਼ੁਰੂ ਕੀਤਾ, ਔਰ ਜਿਵੇਂ ਉਹਨਾਂ ਦੇ ਵਿਜੀਲਾਂਟੇ ਗਰੁੱਪਾਂ ਨੇ ਈਵਨ ਪਿਛਲੀ ਈਦ ਦੇ ਮੌਕੇ ਦੇ ਉੱਤੇ ਵੀ ਕਿਵੇਂ ਇੱਕ ਗੁੜਗਾਵਾਂ ਦੇ ਨੇੜੇ ਇੱਕ ਵਿਚਾਰਾ ਜਿਹੜਾ ਉਹ ਸੈਲੀਬ੍ਰੇਸ਼ਨ ਮਾਸ ਲੈ ਕੇ ਜਾ ਰਿਹਾ, ਉਹਨੂੰ ਵੀ ਗਊ ਮਾਸ ਬਣਾ ਦਿੱਤਾ ਔਰ ਉਹਦਾ ਕੁੱਟ-ਕੁੱਟ ਕੇ ਕੀ ਹਾਲ ਕੀਤਾ। ਉਸ ਤੋਂ ਪਹਿਲੇ ਕਿੰਨੇ ਕੇਸ ਦਾਦਰੀ ਦੇ ਵਿੱਚ ਕੀ ਹੋਇਆ ਅਦਰਵਾਈਜ਼। ਹੁਣ ਮਕਸਦ ਕੀ ਸੀ ਕਿ ਵੀ ਉਹਨਾਂ ਨੇ ਜਿਹੜਾ 2014 ਤੋਂ 6 ਸਾਲ ਤੋਂ ਜਿਹੜੀ ਇੱਕ ਵੇਵ ਚਲਾਈ ਹੋਈ ਹੈ ਟੈਰਰ ਦੀ ਮੁਸਲਮਾਨਾਂ ਦੇ ਖਿਲਾਫ ਇਨ ਪਾਰਟਿਕੂਲਰ, ਉਹਦੇ ਨਤੀਜੇ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ। ਇੱਕ ਤਾਂ ਅਸੀਂ ਤੁਸੀਂ ਵੀ ਗੱਲ ਕੀਤੀ ਕਿ 200 ਮਿਲੀਅਨ ਮੁਸਲਮਾਨ ਤੁਹਾਨੂੰ ਨਜ਼ਰ ਹੀ ਨਹੀਂ ਆਉਂਦਾ ਕਿ ਵੀ ਉਹਨਾਂ ਨੇ ਕੋਈ ਰਿਐਕਟ ਕੀਤਾ ਹੋਏ ਜੀ। ਈਵਨ ਜਿਹੜਾ ਅਦਾਲਤੀ ਲੈਵਲ ਦੇ ਉੱਤੇ ਕਿਵੇਂ ਉਹਨਾਂ ਨੇ ਜਿਹੜਾ ਹੁਣ ਦੂਸਰਿਆਂ ਦੇ ਉੱਤੇ ਵੀ, ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਅਯੁੱਧਿਆ ਵਾਲਾ ਇਹਨਾਂ ਨੇ ਕੰਮ ਕੀਤਾ ਹੈ, ਔਰ ਜਦੋਂ ਇੱਥੇ ਟਾਈਮ ਸਕੁਏਅਰ 'ਚ ਵੀ ਇਹਨਾਂ ਨੇ ਕਿਹਾ ਕਿ ਵੀ ਇੱਕ ਅਸੀਂ ਲੈ ਲਈ ਹੈ, 2 ਹੁਣ ਲੈਣੀ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਵੀ ਜੇ ਜਿਵੇਂ ਇਹਨਾਂ ਨੇ ਹੁਣ ਮਥੁਰਾ ਜਾਂ ਬਿੰਦਰਾਬਨ ਦੇ ਵਿੱਚ ਆਲਰੇਡੀ ਉਹ ਨਿਆਸ ਟਰਸਟ ਔਰ ਦੂਜਾ ਤੀਜਾ ਬਣਾ ਕੇ ਸ਼ੁਰੂ ਕੀਤਾ ਕਿ ਜੋ ਅਯੁੱਧਿਆ ਦੇ ਹਵਾਲੇ ਨਾਲ ਕੀਤਾ, ਬਾਕੀ ਇਹਨਾਂ ਦੇ ਲਈ ਕੋਈ ਔਖਾ ਕੰਮ ਨਹੀਂ ਹੋਏਗਾ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਖੁਦ ਮੁਸਲਮਾਨ ਕਹਿਣਗੇ ਜੀ ਸਾਡੀ ਜਾਨ ਛੱਡੋ, ਲੈ ਲਓ, ਅਸੀਂ ਪਰੇ ਚਲੇ ਜਾਂਦੇ। ਲੇਕਿਨ ਇਹਦੇ ਨਾਲ ਨਾਲ ਜਿਹੜਾ ਕੰਮ ਇਹ ਤਾਂ ਓਵਰ, ਕਿਉਂਕਿ ਇੰਟਰਨੈਸ਼ਨਲ ਮੀਡੀਆ ਵੀ ਇਸ ਦੇ ਉੱਤੇ ਥੋੜੀ ਬਹੁਤ ਖਬਰ ਦਿੰਦਾ ਹੈ ਜੀ, ਪਰ ਜਿਹੜਾ ਕੰਮ ਇਨਸਾਈਡ ਚੱਲ ਰਿਹਾ, ਜਿਹੜਾ ਆਰਐਸਐਸ ਦਾ ਮਿਲੀਅਨਸ ਦਾ ਕਾਡਰ ਹੈ, ਉਹ ਚੁੱਪ ਕਰਕੇ ਨਹੀਂ ਬੈਠੇ ਹੋਏ ਜਾਂ ਅਯੁੱਧਿਆ 'ਚ ਨਹੀਂ ਆਏ, ਉਹ ਅੱਡ-ਅੱਡ ਸਟੇਟਾਂ ਦੇ ਵਿੱਚ ਜਿੱਥੇ ਖਾਸ ਤੌਰ ਤੇ ਬੀਜੇਪੀ ਦੀਆਂ ਹਕੂਮਤਾਂ ਨੇ ਔਰ ਜਿੱਥੇ ਨਹੀਂ ਵੀ ਨੇ, ਕਿਉਂਕਿ ਨੈਰੇਟਿਵ ਉਹ ਬਣਾ ਦਿੱਤਾ ਹੈ ਕਿ ਵੀ ਕਾਂਗਰਸ ਵੀ ਉਸ ਨੂੰ ਨੈਗੇਟ ਨਹੀਂ ਕਰ ਸਕਦੀ, ਉਹ ਤਾਂ ਰਾਦਰ ਉਹਨੂੰ ਐਂਡੋਰਸ ਕਰਦੇ ਨੇ, ਜਿਵੇਂ ਪ੍ਰਿਯੰਕਾ ਗਾਂਧੀ ਨੇ ਕੀਤਾ। ਅਦਰਵੇ ਹੋਇਆ ਸਾਰੇ ਕਾਂਗਰਸੀ ਲੀਡਰ ਇੱਕ ਦੂਜੇ ਤੋਂ ਅੱਗੇ, ਕਮਲ ਨਾਥ ਨੇ ਤਾਂ ਇੱਥੋਂ ਤੱਕ ਕਿਹਾ ਜੀ ਇਹਨਾਂ ਦਾ ਕਾਹਦਾ ਕ੍ਰੈਡਿਟ ਹੈ, ਇਹ ਤਾਂ ਦਰਵਾਜ਼ੇ ਹੀ ਰਾਜੀਵ ਗਾਂਧੀ ਨੇ ਖੋਲ੍ਹੇ ਸੀ, ਜਿਹਨੂੰ ਸੁਬਰਾਮਨੀਅਮ ਸਵਾਮੀ ਨੇ ਵੀ ਐਂਡੋਰਸ ਕੀਤਾ। ਹੁਣ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਕੰਟਰੀ ਸਾਈਡ ਹੈ ਉਹਦੇ 'ਚ ਕਨਵਰਸ਼ਨਸ ਚੱਲ ਰਹੀਆਂ, ਮੁਸਲਮਾਨਾਂ ਨੂੰ ਹਿੰਦੂ ਬਣਾਇਆ ਜਾ ਰਿਹਾ, ਔਰ ਮਾਹੌਲ ਇੰਨਾ ਡਰਦਾ ਹੈ, ਕੋਈ ਹੁਣ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਘੜੀਸ ਕੇ ਲਿਜਾਣਾ ਪੈਂਦਾ ਹੈ। ਉਹ ਆਪ ਹੀ ਜਿੱਥੇ 20-20 25-25 30-30 ਟੱਬਰ ਨੇ ਆਲੇ ਦੁਆਲੇ ਫਸੇ ਨੇ, ਉਹਨਾਂ ਨੇ ਉਹਨਾਂ ਦੇ ਜਿਹੜੇ ਕ੍ਰਿਮੇਸ਼ਨ ਗਰਾਊਂਡ ਨੇ ਉਹਨਾਂ ਤੇ ਕਬਜ਼ੇ ਕਰ ਲਏ, ਗ੍ਰੇਵ ਯਾਰਡਸ ਤੇ। ਉਹ ਕਿਹਾ ਜੀ ਇੱਥੇ ਤੁਸੀਂ ਨਹੀਂ ਕਰ ਸਕਦੇ, ਫਿਰ ਹੁਣ ਉੱਥੇ ਜੇ ਤੁਹਾਨੂੰ ਦਫਨਾਣ ਹੀ ਨਹੀਂ ਦਿੰਦੇ ਜੀ, ਇੱਥੇ ਅਸੀਂ ਇਹ ਬਣਾ ਰਹੇ ਹਾਂ, ਉਹ ਫਿਰ ਕਹਿੰਦੇ ਨੇ ਜੀ ਕ੍ਰਿਮੇਟ ਕਰੋ। ਹੁਣ ਤੁਸੀਂ ਕ੍ਰਿਮੇਟ ਕਰ ਦਿੱਤਾ ਹੈ, ਇਹਦਾ ਮਤਲਬ ਵੀ ਤੁਸੀਂ ਇਸਲਾਮ ਤੋਂ ਪਾਸੇ ਹੋਣੇ ਸ਼ੁਰੂ ਹੋ ਗਏ।
ਹੁਣ ਜਿਵੇਂ ਅੰਗਰੇਜ਼ਾਂ ਨੇ ਵੀ ਇੱਕ ਸਟੇਜ ਤੇ ਇਹ ਸ਼ੁਰੂ ਜੇ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾਇਆ ਸੀ, ਉਹਦਾ ਨਾਂ ਤਾਂ ਨਹੀਂ ਸੀ ਬਦਲਿਆ, ਉਹਨੂੰ ਇਹ ਵੀ ਐਨਕਰੇਜ ਕਰਦੇ ਸੀ ਕੋਈ ਨਹੀਂ ਤੂੰ ਪੱਗ ਬੰਨ੍ਹ ਕੇ ਰੱਖ, ਕਿਉਂਕਿ ਉਹ ਇਹ ਵੀ ਚਾਹੁੰਦੇ ਹੁੰਦੇ ਨੇ ਵੀ ਉਹਨਾਂ ਦੀ ਆਪਣੇ ਲੋਕਾਂ 'ਚ ਜਿਹੜਾ ਹੈ ਉਹਨੂੰ ਇਹ ਨਾ ਲੱਗੇ ਇੱਕਦਮ ਲੋਕ ਰਿਬੈਲੀਅਨ 'ਚ ਨਾ ਆਣ ਵੀ ਸਾਡਾ ਅਦਰਵਾਈਜ਼ ਕਰ ਦਿੱਤਾ। ਸੋ ਉਹਨਾਂ ਮੁਸਲਮਾਨਾਂ ਦੇ ਜਿਹੜੇ ਪਹਿਲਾਂ ਹੀ ਗਰੀਬੀ ਦੇ ਮਾਰੇ ਹੋਏ ਨੇ ਵਿਚਾਰੇ, ਛੋਟੇ ਛੋਟੇ ਕੰਮ ਕਰਦੇ ਨੇ, ਉਹਨਾਂ ਦਾ ਰਿਜ਼ਕ ਵੀ ਜੇ ਹੁਣ ਪਿੰਡ ਵਾਲੇ ਕਹਿਣ ਜੀ ਤੁਹਾਡੇ ਡੰਗਰ ਇੱਥੇ ਸ਼ਾਮਲਾਤ ਜ਼ਮੀਨ 'ਚ ਨਹੀਂ ਵੜ ਸਕਦੇ, ਤੁਹਾਨੂੰ ਅਸੀਂ ਕਾਰੋਬਾਰ ਨਹੀਂ ਦੇਣਾ, ਮੁਰਦਾ ਤੁਸੀਂ ਦਫਨਾ ਨਹੀਂ ਸਕਦੇ, ਮਸਜਿਦ 'ਚ ਤੁਸੀਂ ਅਜ਼ਾਨ ਨਹੀਂ ਦੇ ਸਕਦੇ, ਉਹ ਫਿਰ ਕੀ ਕਹਿਣਗੇ? ਉਹਨਾਂ ਦੇ ਜਿਹੜੇ ਫਿਰ ਮੁਖੀਏ ਹੁੰਦੇ ਨੇ ਉਹ ਬਹਿੰਦੇ ਨੇ ਕਿ ਭਾਈ ਅਸੀਂ ਹੋਰ ਤਾਂ ਕਿਤੇ ਜੋਗੇ ਨਹੀਂ ਹੈ, ਤੇ ਚਲੋ ਹੁਣ ਇਹਨਾਂ ਨੂੰ ਦੱਸ ਦਿਓ ਕਿ ਭਾਈ ਅਸੀਂ ਹਿੰਦੂ ਹੋਏ। ਸੋ ਇਹ ਟ੍ਰੈਂਡ ਹਰਿਆਣੇ ਦੇ ਪਿੰਡਾਂ 'ਚ ਵੀ ਤੇਜ਼ੀ ਨਾਲ, ਔਰ ਇੱਕ ਖਬਰ ਜਿਹੜੀ ਇਹਨਾਂ ਦੇ ਹੀ ਮੀਡੀਆ 'ਚੋਂ ਮੈਂ ਕੱਢੀ ਹੈ, ਨਿਊਜ਼ 18 ਦੀ ਖਬਰ ਹੈ ਰਾਜਸਥਾਨ ਦੇ ਹਵਾਲੇ ਨਾਲ, ਔਰ ਇਸ ਗੱਲ ਦਾ ਧਿਆਨ ਰਹੇ कि राजस्थान दे विच कांग्रेस की हुकूमत है। बाड़मेर जिले के 50 मुस्लिम परिवार के 250 लोगों ने अपनाया हिंदू धर्म, कि उन्होंने 50 टब्बर ने जिन्हां दे 250 जी बनते हैं, और ये जयपुर की डेट लाइन नाल लगी हुई है। उन्होंने कहा और ये जिहड़ी कन्वर्शन भी हुई है, जो एक पासे अयोध्या राम मंदिर निर्माण हो रहा है, उहदे च उन्होंने कहा पायला कला पंचायत समिति के मोतीसिरा गांव च पिंड च रहने वाले 50 मुस्लिम परिवारों ने हिंदू रिलीजन अडॉप्ट किया, और उन्होंने जिहड़े बजुर्ग ने अपनाने वाले उन्होंने कहा जी क्योंकि साडे पूर्वज हिंदू सी और सानू इतिहास का पता नहीं सी, हुण सानू पता लग्या भी वो तो एवें जबरदस्ती मुसलमान सानू साडे पूर्वजां नू बनाया सी, सानू इन्होंने इतिहास दस्सिया ते असीं हुण वापस जिहड़ा वो हिंदुआं वल आ रहे। उन्होंने ये कहा कि भी मुगल काल दे विच असीं सानू बनाया गया सी और असी इस सारे चों, और उन्होंने वो सारिਆਂ ਨੂੰ ਜਿਹੜੇ ਨੇ ਮੰਦਰ ਲੈ ਕੇ ਗਏ, और उन्होंने उत्थे हवन यज्ञ करके उन्होंने जनेऊ पाए, तो परिवार के सारे ਜਿਹੜੇ 250 मैंबर सी उन्होंने हिंदू धर्म च वापसी कर ली। फिर इस गल ਨੂੰ बार बार उन्होंने तो कहवाया गया कि जी असी ਪਹਿਲਾਂ भी साडे घरां दे विच हिंदू रस्मों रिवाज भी हुंदे सी, असी दिवाली भी मनाते सी, असी सारे ਜਿਹੜੇ हैं साडे असी मंदिर भी चले जाते सी, और हुण सानू बड़ी शांति मिली है और साडे नाल कोई जबरदस्ती नहीं हुई, असी मर्जी दे नाल कीता। फिर उन्होंने कहा कि जी सारे पिंड ने इस फैसले का बहुत स्वागत किया। उन्होंने कहा कि भी इत्थे जिथे सारी दुनिया करोना वायरस के नाल जूझ रही है, उत्थे सानू बड़ी खुशी हुई कि राम मंदिर के शिलान्यास के मौके घरां दे विच दीवे जग रहे हैं, और साडे जिहड़ा हिंदू फैमिली दे विच 250 होर जी आए ने। और उन्होंने कहा जी कानून के मुताबिक कोई भी कोई धर्म अपना, ये गल ठीक नहीं है कि कानून के मुताबिक 18 ਜ਼ਿਲ੍ਹਿਆਂ 18 स्टेटां ने लगभग एंटाई कन्वर्शन ला बनाए ने, जिन्हां राजस्थान भी एक है कि जे कोई मुसलमान बनना चाहता है जां ईसाई बनना चाहता है जां सिख होना चाहता है, तो उन्होंने जिला मैजिस्ट्रेट की परमिशन लैनी पैंदी है, एफीडेविट देने पैंदे ने नाल लिजा के, जिहड़ी लंबी प्रोसैस है, ਜਦੋਂ तक क्लीयरेंस ना मिले वो कन्वर्ट नहीं हो सकते। लेकिन उन्होंने ये कहना है इस कानून का भी क्योंकि हिंदू तो नैचुरल ने, हिंदू धर्म का वे ऑफ, इसलिए जे कोई दूसरा हिंदू च आना चाहता है तो उन्होंने किसी भी प्रोसैस की लोड़ नहीं है। सो ये है जो असी कहा भी कां मार के टंगड़ का मतलब की होंदा है कि ये उन्होंने अल्टीमेटली, और तुसी इहदा नतीजे आने वाले 2031 की सेंसस तक पहुँचते हैं, या 2021 ही देखोगे कि 2021 तक पहुँचते हैं किवें जिहड़ा अजे हो सकता है भी नाम मुसलमानों वाले एकदम ना बदले जान, वो हौली हौली है, उन्होंने काहली भी नहीं है, लेकिन इन्होंने टारगेट किया होएगा कि 2031 तक पहुँचते हैं, क्योंकि जिहड़े हुण जिस डर च रह रहे हैं अगों अपने बच्चों के नाम भी इस्लामिक ट्रैडिशन नाल नहीं रखणगे, हिंदू ना रखणगे, और इवेंचुअली हौली हौली वो डिकलेयर करके इलाकों के विच, तो उन्होंने की प्रॉब्लम है, उत्थे पहला भी उन्होंने बेचारियां ने मेहनत मजदूरी करनी है, उत्थे भी रहणगे, वो करन भी की, उन्होंने अल्टीमेटली ये होएगा। सो ये हुंदा है कि जदों पोलीटिकल पावर जदों इन्हें मोदी 2014 सौं चुकी सी, मोहन भागवत ने कहा सी कि 1000 साल की गुलामी के बाद अब कोई हिंदू जो है वो प्रधानमंत्री बना, उन्होंने तो विचकारला पीरियड भी गायब करता, ते नाल दी नाल उदी स्टेटमेंट सी कि 2020 तक यहाँ हर एक को हिंदू बना दिया जाएगा। हुण 2020 जा रहा है और तुसीं इस नूं देख रहे हो भी कल्ला
ਇਹੀ ਨਹੀਂ ਹੈ ਕਿ ਮਸਜਿਦ ਢਾਹ ਕੇ ਮੰਦਿਰ ਬਣਿਆ ਹੈ, ਜਾਂ ਉੱਥੇ ਐਜੂਕੇਸ਼ਨ ਪਾਲਿਸੀ 'ਚ ਮੋਦੀ ਕਹਿ ਰਿਹਾ ਜੀ ਅਸੀਂ ਇਹ 2020 'ਚ ਬੜੀ ਐਡਵਾਂਸਡ ਹੈ, ਜਾਂ ਸ਼ਸ਼ੀ ਥਰੂਰ ਕਹਿ ਰਿਹਾ ਵੀ ਮੁਸਲਮਾਨ ਕਿੱਥੇ ਗਏ ਵਧਾਈ ਦੇਣ ਵੇਲੇ, ਉਹ ਐਗਜ਼ਿਸਟ ਹੀ ਨਹੀਂ ਕਰਦੇ, ਜਾਂ CAA ਜਾਂ ਦੂਸਰੇ ਕਾਨੂੰਨ। ਔਰ ਇਸ ਸਾਰੇ ਚੋਂ ਇਹਨੂੰ ਹੀ ਕਹਿੰਦੇ ਨੇ ਹਿੰਦੂ ਰਾਸ਼ਟਰ ਕੀ ਹੈ, ਔਰ ਇਹੀ ਮੈਸੇਜ ਉਹ ਦੇਣਾ ਚਾਹੁੰਦੇ ਨੇ। ਔਰ ਅੱਜ ਹੀ ਮੈਂ ਯੋਗਿੰਦਰ ਯਾਦਵ ਜਿਹੜਾ ਪ੍ਰੋਫੈਸਰ ਵੀ ਰਿਹਾ, ਬਾਅਦ ਦੇ ਵਿੱਚ ਕੇਜਰੀਵਾਲ ਦੇ ਨਾਲ ਰਲ ਕੇ ਉਹਨੇ ਆਮ ਆਦਮੀ ਪਾਰਟੀ ਉਤੋਂ ਵੀ ਫਿਰ ਬਦਜ਼ਨ ਹੋਇਆ, ਉਸਦੀ ਮੈਂ ਕਿਤੇ ਕਮੈਂਟਰੀ ਸੁਣ ਰਿਹਾ ਸੀ, ਬੜਾ ਲਰਨਡ ਆਦਮੀ ਹੈ, ਤੇ ਉਹਨੇ ਕਿਹਾ ਕਿ ਵੀ ਇਹ ਹੋਇਆ, ਇਹ ਜਿਹੜਾ ਸੈਕੂਲਰਿਜ਼ਮ ਜਾਂ ਸੋਸ਼ਲਿਜ਼ਮ ਦਾ ਨੈਰੇਟਿਵ ਹੀ ਖਤਮ ਹੋ ਗਿਆ। ਉਹਨਾਂ ਨੇ ਕਿਹਾ ਵੀ ਇਹ ਨਹੀਂ ਹੈ ਹਿੰਦੂ ਤੋਂ ਵੀ ਤਾਂ ਜੋ ਸੀ ਉਹ ਹੀ ਨੇ ਉਹਨਾਂ ਦਾ, ਤਾਂ ਪਰ ਜਿਹੜੇ ਦੂਸਰੇ ਲੋਕਾਂ ਦੇ ਜ਼ਿੰਮੇ ਸੀ ਕਿ ਉਹ ਆਮ ਲੋਕਾਂ ਤੱਕ ਉਹ ਗੱਲ ਪਹੁੰਚਾਉਂਦੇ, ਵੀ ਉਹ ਤਾਂ ਉਹਨਾਂ ਦੇ ਨਾਲੋਂ ਵੀ ਜ਼ਿਆਦਾ ਹਿੰਦੂ ਤੋਂ ਵੀ ਬਣੇ ਹੋਏ ਨੇ, ਉਹ ਉਹਨਾਂ ਦਾ ਹੀ ਨੈਰੇਟਿਵ ਜਿਹੜਾ ਪ੍ਰਮੋਟ ਕਰ ਰਹੇ ਨੇ। ਔਰ ਕੋਈ ਇਸ ਹਾਲਾਤ ਦੇ ਵਿੱਚ ਆਮ ਲੋਕਾਂ ਨੂੰ ਇੱਕੋ ਹੀ ਇਹ ਜੋ ਰਾਮ ਭਗਤੀ ਦਾ ਨੈਰੇਟਿਵ ਦੇ ਥੱਲੇ ਹੈ ਇਹੀ ਉਹਨਾਂ ਦੇ ਕੋਲ ਰਹਿ ਗਿਆ। ਔਰ ਉਹਨੇ ਕਿਹਾ ਕਿ ਵੀ ਇਹ ਸੈਕੂਲਰਿਜ਼ਮ ਔਰ ਸੋਸ਼ਲਿਜ਼ਮ ਦਾ ਅੰਤ ਹੋ ਗਿਆ ਹੈ। ਔਰ ਇਹੀ ਗੱਲ ਅਸੀਂ ਕੱਲ ਵੀ ਡਿਸਕਸ ਕੀਤੀ ਸੀ ਡਿਫਰੈਂਟ ਐਂਗਲਸ ਤੋਂ, ਔਰ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਦੇਖਾਂਗੇ ਕਿ ਵੀ ਇਹਨੂੰ ਅਸੀਂ ਕਿਵੇਂ ਹਿਸਟੋਰੀਕਲ ਪਰਸਪੈਕਟਿਵ ਦੇ ਨਾਲ ਵੀ, ਔਰ ਜੋ ਗਰਾਊਂਡ ਦੇ ਉੱਤੇ ਚੱਲ ਰਿਹਾ ਇਹ ਵੀ ਕੋਈ ਖਬਰ ਨਿਕਲ ਆਉਂਦੀ ਹੈ, ਪਰ ਮੈਨੂੰ ਇਹ ਸਾਡੇ ਆਪਣੇ ਜਾਣਕਾਰ ਸੂਤਰਾਂ ਤੋਂ ਇਸ ਗੱਲ ਦਾ ਪਤਾ ਲੱਗਿਆ। ਔਰ ਗੱਲ ਕੱਲੀ ਸ਼ਾਇਦ ਕਿਉਂਕਿ ਮੁਸਲਮਾਨਾਂ ਦੇ ਹਵਾਲੇ ਨਾਲ ਹੋ ਰਹੀ ਹੈ ਤੇ ਲੱਗਦਾ ਮੁਸਲਮਾਨਾਂ ਨਾਲ ਹੀ ਬਣ ਰਿਹਾ। ਅੱਜ ਇੱਕ ਬਹੁਤ ਹੀ ਪ੍ਰੋਮੀਨੈਂਟ ਅਕਾਲੀ ਲੀਡਰ ਜਿਨ੍ਹਾਂ ਦਾ ਮੈਂ ਨਾਂ ਨਹੀਂ ਲਵਾਂਗਾ, ਉਹਨਾਂ ਦੀ ਕਾਲ ਕਿਸੇ ਹੋਰ ਸੋਰਸ ਰਾਹੀਂ ਆਈ 3 ਵੇ ਤੇ, ਉਹ ਬੜੇ ਡੈਸਪਰੇਟ ਸੀ, ਗੱਲ ਕਰਨਾ ਚਾਹੁੰਦੇ ਸੀ, ਉਹ ਪ੍ਰੋਗਰਾਮ ਵੀ ਸਾਡਾ ਵਾਚ ਕਰਦੇ ਨੇ ਉਹਨਾਂ ਦੇ ਕਹਿਣ ਮੁਤਾਬਕ, ਤੇ ਉਹਨਾਂ ਨੇ ਕਿਹਾ ਕਿ ਜੀ ਮੈਂ ਅੱਜ ਬਹੁਤ ਉਦਾਸ ਹਾਂ ਕਿ ਮੈਨੂੰ ਇਹ ਲੱਗਦਾ ਹੈ ਕਿ ਵੀ ਸਿੱਖ ਤਾਂ ਬਾਹਰ ਹੀ ਜਿਹੜੇ ਤੁਸੀਂ 5 ਮਿਲੀਅਨ ਹੋ ਤੁਸੀਂ ਰਹਿ ਜਾਓਗੇ, ਅਸੀਂ ਸਾਡੇ ਜਿਹੜੇ ਇੱਥੇ ਨੇ ਸਾਨੂੰ ਤਾਂ ਇਹਨਾਂ ਨੇ ਕੇਸਾਧਾਰੀ ਹਿੰਦੂ ਬਣਾ ਦਿੱਤਾ ਹੈ ਲਗਭਗ, ਔਰ ਬਹੁਤ ਸਾਰੇ ਡਰਦੇ ਮਾਰੇ ਬੋਲਦੇ ਹੀ ਨਹੀਂ ਨੇ। ਔਰ ਉਹ ਹਵਾਲਾ ਦੇ ਰਿਹਾ ਸੀ ਉਹਦਾ ਇਕਬਾਲ ਸਿੰਘ ਦੇ ਹਵਾਲੇ ਨਾਲ ਜਾਂ ਕੀ ਕਿਹਾ, ਔਰ ਉਹਦੇ 'ਚ ਉਹਨਾਂ ਨੇ ਇੱਕ ਇਹ ਵੀ ਕਿਹਾ ਕਿ ਭਾਈ ਇਹ ਜਿਹੜਾ ਗਲਤ ਕੁਝ ਸਾਡੇ ਇਤਿਹਾਸ 'ਚ ਹੈ, ਜੇ ਇਹਨੂੰ ਅਸੀਂ ਠੀਕ ਨਾ ਕੀਤਾ ਤੇ ਸਾਡੇ ਬੱਚੇ ਬੱਚੀਆਂ ਨੂੰ ਤਾਂ ਇਹ ਕਹਿੰਦੇ ਨੇ ਕਿ ਭਾਈ ਅਸੀਂ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ, ਜਿੰਨਾ ਲਿਟਰੇਚਰ ਇਹ ਹਿੰਦੂ ਤਵੀ ਦੇ ਰਹੇ ਨੇ ਔਰ ਜਿਸ ਅੰਦਾਜ਼ ਦੇ ਵਿੱਚ ਸਾਰੇ ਚੈਨਲਸ ਔਰ ਦੂਸਰੇ ਪ੍ਰੋਜੈਕਟ ਕਰ ਰਹੇ ਨੇ ਸਿੱਖੀਜ਼ਮ ਨੂੰ, ਵੀ ਅਸੀਂ ਇਹਨੂੰ ਕਾਊਂਟਰ ਨਹੀਂ ਕਰ ਪਾਵਾਂਗੇ ਔਰ ਇਸ ਦੇ ਉੱਤੇ ਕੁਝ ਕੀਤਾ ਜਾਏ। ਮੈਂ ਇਸ ਦੇ ਉੱਤੇ ਵੀ ਆਉਣ ਵਾਲੇ ਦਿਨਾਂ 'ਚ ਕੋਈ ਨਾ ਕੋਈ ਸਪੈਸੀਫਿਕ ਸੈਗਮੈਂਟ ਕਰਾਂਗਾ, ਪਰ ਇਹ ਉਹ ਪ੍ਰੋਮੀਨੈਂਟ ਬੰਦਾ ਜਿਹੜਾ ਵੱਡੇ ਲੈਵਲ ਦੇ ਉੱਤੇ ਜਿਹਨੇ ਇਹ ਉਹਦੀ ਫਰਸਟ੍ਰੇਸ਼ਨ, ਇਹ ਹਰ ਪੰਥ ਦਰਦੀ ਦੀ ਫਰਸਟ੍ਰੇਸ਼ਨ ਹੈ ਜਿਹੜੇ ਉੱਥੇ ਬੈਠੇ ਨੇ ਕਿ ਇੱਥੇ ਜਿਹੜਾ ਜਿਸ ਕਿਸਮ ਦਾ ਇਹ ਨੈਰੇਟਿਵ ਦੇ ਰਹੇ ਨੇ ਵੀ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਵੀ ਜਿਹੜਾ ਆਉਣ ਵਾਲੇ ਪੀਰੀਅਡ ਸਿੱਖੀ ਦਾਇਰੇ 'ਚ ਨਹੀਂ ਰੱਖ ਸਕਾਂਗੇ, ਇਸ ਕਿਸਮ ਦਾ ਇਹਨਾਂ ਨੇ ਸੈਲਾਬ ਲੈ ਆਂਦਾ ਹਿੰਦੂਤਵਾ ਦਾ ਕਿ ਡਰ ਦੇ ਥੱਲੇ ਜਿਹੜੇ ਨੇ ਕੋਈ ਕੁਸਕਣ ਨੂੰ ਤਿਆਰ ਨਹੀਂ ਹੈ, ਕੋਈ ਕਾਊਂਟਰ ਕਰਨ ਨੂੰ ਤਿਆਰ ਨਹੀਂ। ਹਾਲਾਂ ਨੇ ਉਹਨਾਂ ਨੇ ਐਪਰੀਸ਼ੀਏਟ ਕੀਤਾ ਹੈ ਕਿ ਬਾਹਰਲੇ ਸਿੱਖਾਂ ਨੇ ਕਿਵੇਂ ਇਸ ਸਾਰੇ ਨੂੰ ਚੈਲੰਜ ਕੀਤਾ ਹੈ। ਸੋ ਇਹ ਹੁੰਦਾ ਹੈ ਜਦੋਂ ਕਿ ਜਿਨ੍ਹਾਂ ਦੇ ਕੋਲ ਰਾਜ ਸ਼ਕਤੀ ਆਂਦੀ ਹੈ ਉਹਨਾਂ ਦਾ ਗੋਹਾ ਵੀ ਵਿਕਦਾ ਹੈ, ਉਹਨਾਂ ਦਾ ਗਊ ਮੂਤਰ ਵੀ ਵਿਕਦਾ ਹੈ, ਤੇ ਸੱਚ ਨੂੰ ਕਿਵੇਂ ਫਿਰ ਜਿਵੇਂ ਜਗਨਨਾਥ ਦਾ ਰੱਥ ਜਿਹਦੇ ਥੱਲੇ ਆਪ ਜਾ ਕੇ ਛਾਲਾ ਮਾਰ ਕੇ ਮਰਦੇ ਸੀ, ਇਸ ਵੇਲੇ ਹਿੰਦੂਤਵਾ ਦਾ ਜਗਰਨੌਟ ਜਿਹਦੇ ਚੋਂ ਅੰਗਰੇਜ਼ੀ ਵਾਲਿਆਂ ਨੇ ਜਗਨਨਾਥ ਤੇ ਉਸ ਰੱਥ ਤੋਂ ਹੀ ਜਿਹੜਾ ਇਹ ਲਫ਼ਜ਼ ਜਗਰਨੌਟ ਕੱਢਿਆ, ਜਿਹਨੂੰ ਅੱਜ ਦੀ ਜ਼ੁਬਾਨ ਤੁਸੀਂ ਬੁਲਡੋਜ਼ ਕਹੋਗੇ ਕਿ ਵੀ ਇਹ ਹਿੰਦੂਤਵਾ ਦਾ ਬੁਲਡੋਜ਼ਰ ਇਸ ਤਰ੍ਹਾਂ ਨਾਲ ਘੁੰਮ ਰਿਹਾ ਕਿ ਹਰ ਚੀਜ਼ ਨੂੰ ਪੱਧਰਾ ਕਰਦਾ ਜਾ ਰਿਹਾ। ਜੀ ਡਾਕਟਰ ਸਾਹਿਬ ਬਿਲਕੁਲ। ਵਿਊਅਰਸ ਇੱਥੇ ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੇ ਹੀ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ।